ਕਾਰਜੋਗ ਸਤਿਗੁਰਾਂ ਦੀ ਸਾਜੀ ਔਰ ਨਵਾਜੀ ਹੋਈ ਸਾਧ ਸੰਗਤ ਜੀਓ, ਆਪ ਮਾਈ ਭਾਈ ਤਨਤਾ ਦੇ ਯੋਗ ਹੋ, ਜਿਨ੍ਹਾਂ ਨੂੰ ਗੁਰੂ ਜੀ ਦੇ ਚਰਨਾਂ ਦੇ ਵਿੱਚ ਬੈਠਣ ਦੇ ਸੁਭਾਗ ਸਮੇਂ ਪ੍ਰਾਪਤ ਹੋਏ ਨੇ। ਤਾਂ ਗੁਰਮੁਖ ਪਿਆਰਿਓ, ਜੋ ਸਮਾਂ ਹੈ ਬੜਾ ਭਿਆਨਕ ਚੱਲ ਰਿਹਾ ਹੈ। ਇੱਕੋ ਇੱਕ ਬਚਾਉਣ ਵਾਲੇ ਸਤਿਗੁਰੂ ਮਹਾਰਾਜ ਜੀ ਆਪ ਹਨ। ਗੁਰਾਂ ਦੀ ਗੁਰਬਾਣੀ, ਗੁਰਾਂ ਦੀ ਸੇਵਾ ਔਰ ਸਿਮਰਨ, ਜਿਤਨੀ ਵੀ ਗੁਰੂ ਮਹਾਰਾਜ ਜੀ ਦੀ ਬਾਣੀ ਹੈ 1430 ਅੰਗ, ਸਾਰੀ ਗੁਰਬਾਣੀ ਜੀਵ ਨੂੰ ਤਾਰਨ ਦੇ ਸਮਰੱਥ ਹੈ। ਔਰ ਸੇ ਗੁਰੂਆਂ ਦੀ ਬਾਣੀ ਆ ਔਰ ਭਗਤਾਂ ਦੀ ਬਾਣੀ, ਭੱਟਾਂ ਦੀ ਬਾਣੀ, ਗੁਰਸਿੱਖਾਂ ਦੀ ਬਾਣੀ। ਤਾਂ ਗੁਰਮੁਖ ਪਿਆਰਿਓ, 10,24,000 ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜੋ ਅੱਖਰ ਹਨ, ਸ਼ਬਦ ਨੇ 10,24,000। ਜਿਤਨੀ ਵੀ ਬਾਣੀ ਹੈ ਗੁਰੂ ਦੀ, ਇਹ ਜੀਵ ਨੂੰ ਤਾਰਨਹਾਰ ਹੈ। ਜੋ ਸਰਦਾ ਦੇ ਨਾਲ ਪੜ੍ਹਦਾ ਤੇ ਸਰਦਾ ਦੇ ਨਾਲ ਸੁਣਦਾ, ਸਤਿਗੁਰੂ ਮਹਾਰਾਜ ਜੀ ਦੀ ਬਾਣੀ ਉਹਨਾਂ ਨੂੰ ਭਵ ਸਾਗਰ ਤੋਂ ਪਾਰ ਕਰ ਦਿੰਦੀ ਹੈ, ਤਾਰ ਦਿੰਦੀ ਆ। ਹੁਣ ਚਿੰਤਾ ਸਾਰਿਆਂ ਨੂੰ ਲੱਗੀਆਂ ਹੋਈਆਂ ਨੇ। ਜੋ ਚਿੰਤਾ ਇਸ ਸਮੇਂ ਸਾਰੇ ਸੰਸਾਰ ਨੂੰ ਚਿੰਤਾ ਲੱਗੀ ਹੋਈ ਆ। ਸਾਰੇ ਡਰ ਰਹੇ ਨਾ, ਮਨਾਂ ਦੇ ਵਿੱਚ ਡਰ ਬੈਠਾ ਹੋਇਆ। ਮਹਾਰਾਜ ਜੀ ਕਹਿੰਦੇ, ਤੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਇਹ ਗੁਰਬਾਣੀ ਨੂੰ ਜਦੋਂ ਸਰਦਾ ਦੇ ਨਾਲ, ਭਾਵਨਾ ਦੇ ਨਾਲ ਸੁਣਾਂਗੇ, ਪੜ੍ਹਾਂਗੇ, ਤਾਂ ਸਾਡੀਆਂ ਸਾਰੀਆਂ ਚਿੰਤਾ, ਡਰ, ਭੈ ਸਾਰੇ ਮਿਟ ਜਾਂਦੇ ਨੇ। ਇਸ ਕਰਕੇ ਆਓ ਭਾਈ, ਗੁਰੂ ਦੇ ਚਰਨਾਂ ਦੀਆਂ ਭਰੋ ਹਾਜ਼ਰੀਆਂ, ਨਮਸਕਾਰ ਕਰੋ, ਅਰਦਾਸਾਂ ਬੇਨਤੀਆਂ ਕਰੋ। ਗੁਰੂ ਜੀ ਨੂੰ ਆਪੋ ਆਪਣੇ ਪਰਿਵਾਰਾਂ ਦੀਆਂ ਅਰਦਾਸਾਂ ਦਾ ਕਰ ਲਿਆ ਕਰੋ। ਆ ਕੇ ਗੁਰੂ ਜੀ ਦੇ ਕੋਲ ਆਪੋ ਆਪਣੇ ਪਰਿਵਾਰਾਂ ਦੀਆਂ ਬੇਨਤੀਆਂ ਦਾ ਕਰ ਲਿਆ ਕਰੋ। ਆ ਕੇ ਭਾਈ ਇੰਨੀ ਕੁ ਤਾਂ ਆਪਣੀ ਹਿੰਮਤ ਰੱਖ ਲਿਆ ਕਰੋ। ਤਾਂ ਗੁਰਮੁਖ ਪਿਆਰਿਓ, ਆਓ ਗੁਰੂ ਨਾਨਕ ਦੇਵ ਮਹਾਰਾਜ ਜੀ ਗੁਰਬਾਣੀ ਦੇ ਰਾਹੀਂ, ਸ਼ਬਦਾਂ ਦੇ ਰਾਹੀਂ ਕੀ ਫਰਮਾਨ ਕਰਦੇ ਨੇ। ਆਓ ਗੁਰੂ ਜੀ ਦੇ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਸਰਵਣ ਕਰੀਏ। ਗੌੜੀ ਮਹਲਾ ਪਹਿਲਾ। ਬੋਲ ਹੈ ਸਾਚ ਮਿਥਿਆ ਨਹੀਂ ਰਾਈ, ਚੱਲ ਹੈ ਗੁਰਮੁਖ ਹੁਕਮ ਰਜਾਈ। ਰਹਿ ਅਤੀਤ ਸੱਚੇ ਸ਼ਰਣਾਈ। ਗੁਰੂ ਨਾਨਕ ਦੇਵ ਮਹਾਰਾਜ ਜੀ, ਸਾਰੇ ਆਖੋ ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ। ਤਾਂ ਗੁਰਮੁਖ ਪਿਆਰਿਓ, ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਨ ਕਰਦੇ ਨੇ, ਬੋਲੇ ਸਾਚ ਮਿਥਿਆ ਨਹੀਂ ਰਾਈ। ਮਹਾਰਾਜ ਜੀ ਕਹਿੰਦੇ, ਜੋ ਸੱਚ ਬੋਲਦਾ ਹੈ, ਜਿਸ ਵਿੱਚ ਇੱਕ ਭੋਰਾ ਭਰ ਵੀ ਝੂਠ ਨਹੀਂ ਹੁੰਦਾ, ਅਤੇ ਗੁਰਮੁਖ ਰਜਾ ਵਾਲੇ ਦੇ ਫਰਮਾਨ ਅਨੁਸਾਰ ਤੁਰਦਾ ਹੈ,
ਮਹਾਰਾਜ ਜੀ ਕਹਿੰਦੇ ਉਹ ਸੱਚੇ ਸਾਈਂ ਦੀ ਪਨਾਹ ਵਿੱਚ ਅਟੰਕ ਵਿਚਰਦਾ, ਭਾਵ ਕਿ ਸੱਚੇ ਗੁਰੂ ਦੀ ਸਰਨਾਂ ਦੇ ਵਿੱਚ, ਉਹਨਾਂ ਦੇ ਹੁਕਮ ਦੇ ਵਿੱਚ ਸਦਾ ਹੀ ਰਹਿੰਦਾ ਹੈ। ਸੱਚ ਕਰ ਬੈਸੈ ਕਾਲ ਨ ਜੋ ਹੈ, ਮਨ ਮੁਖ ਕੋ ਆਵਤ ਜਾਵਤ ਦੁਖ ਮੋਹੈ ਰਹਾਉ। ਕੀ ਕਹਿੰਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ? ਮਹਾਰਾਜ ਜੀ ਕਹਿੰਦੇ ਸੱਚੇ ਗ੍ਰਹਿ ਅੰਦਰ ਵਸਦਾ ਹੈ, ਉਹ ਮੌਤ ਉਸ ਨੂੰ ਨਹੀਂ ਸੂੰਹਦੀ। ਜਿਹੜਾ ਸੱਚੇ ਗ੍ਰਹਿ ਅੰਦਰ ਵਸਦਾ ਹੈ ਉਹਨੂੰ ਮੌਤ ਨਹੀਂ ਸੂੰਹਦੀ। ਮਹਾਰਾਜ ਜੀ ਕਹਿੰਦੇ ਮਨ ਮੁਖ ਕੋ ਆਵਤ ਜਾਵਤ ਦੁੱਖ ਮੋਹੈ। ਜਿਹੜਾ ਮਨਮੁਖ ਆਉਂਦਾ ਤੇ ਜਾਂਦਾ ਹੈ ਅਤੇ ਸੰਸਾਰੀ ਮਮਤਾ ਦੀ ਦੁੱਖ ਪੀੜਾ ਸਹਾਰਦਾ, ਉਹਨੂੰ ਦੁੱਖ ਲੱਗਦਾ ਹੈ, ਦੁੱਖ ਦੀ ਪੀੜਾ ਨੂੰ ਸਹਾਰਦਾ ਹੈ। ਆਪਿਓ ਪੀਓ ਅਕਥ ਕਥ ਰਹੀਐ, ਨਿਜ ਕਰ ਬੈਸ ਸਹਿਜ ਕਰ ਲਹੀਐ। ਹਰ ਰਸ ਮਾਤੇ ਇਹ ਸੁਖ ਰਹੀਐ। ਸਤਿਗੁਰੂ ਮਹਾਰਾਜ ਜੀ ਕਹਿੰਦੇ ਅੰਮ੍ਰਿਤ ਪਾਨ ਕਰ ਅਤੇ ਅਕਹਿ ਸੁਆਮੀ ਦਾ ਉਚਾਰਨ ਕਰਦਾ ਰਹੋ। ਆਪਣੇ ਨਿਜ ਦੇ ਧਾਮ ਅੰਦਰ ਬੈਠ ਕੇ ਪ੍ਰਸੰਨਤਾ ਦਾ ਗ੍ਰਹਿ ਪ੍ਰਾਪਤ ਕਰ ਸਕਦਾ ਹੈ। ਮਹਾਰਾਜ ਜੀ ਕਹਿੰਦੇ ਭਾਈ ਇਹ ਪ੍ਰਸੰਨਤਾ ਉਸ ਨੂੰ ਪ੍ਰਾਪਤ ਹੋਈ ਆਖੀ ਜਾਂਦੀ ਹੈ ਜੋ ਵਾਹਿਗੁਰੂ ਦੇ ਅੰਮ੍ਰਿਤ ਨਾਲ ਰੰਗੀਜਿਆ ਹੈ। ਭਾਵ ਕਿ ਇਹ ਸੁੱਖ ਕਹੀ ਹੈ, ਇਹ ਸੁੱਖ ਉਸ ਨੂੰ ਪ੍ਰਾਪਤ ਕਹੀਏ ਜਾਣੀਏ ਜਿਹੜਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਭਜਨ ਕਰਦਾ ਤੇ ਸਿਮਰਨ ਕਰਦਾ ਹੈ। ਗੁਰਮਤਿ ਚਾਲ ਨਹਿ ਚਲ ਨਹੀਂ ਡੋਲੇ, ਗੁਰਮਤਿ ਸਾਚ ਸਹਿਜ ਹਰ ਬੋਲੇ। ਪੀਵਹਿ ਅੰਮ੍ਰਿਤ ਤਤ ਵਿਰੋਲੇ। ਮਹਾਰਾਜ ਜੀ ਕਹਿੰਦੇ ਜੀਵਨ ਰੌ ਰੀਤੀ ਨੂੰ ਗੁਰਾਂ ਦੀ ਸਿੱਖ ਮਤ ਅਨੁਸਾਰ ਢਾਲਣ ਦੁਆਰਾ ਇਨਸਾਨ ਅਹਲ ਹੋ ਜਾਂਦਾ ਹੈ ਅਤੇ ਉਹ ਕਦੇ ਵੀ ਡੋਲਦਾ ਨਹੀਂ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਉਹ ਸੁਭਾਵਕ ਹੀ ਵਾਹਿਗੁਰੂ ਦੇ ਸੱਚੇ ਨਾਮ ਦਾ ਉਚਾਰਨ ਕਰਦਾ ਹੈ। ਉਹ ਆਪ ਹਯਾਤ ਭਾਵ ਕਿ ਉਹ ਅੰਮ੍ਰਿਤ ਪਾਨ ਕਰਦਾ ਹੈ ਅਤੇ ਅਸਲੀਅਤ ਨੂੰ ਰਿੜਕ ਕੇ ਵੱਖਰੀ ਕੱਢ ਲੈਂਦਾ। ਉਹ ਗੁਰਮੁਖਾਂ ਨਾਲ ਜਿਹੜਾ ਉਹ ਭਾਈ ਅੰਮ੍ਰਿਤ ਪੀਂਦਾ। ਮਹਾਰਾਜ ਜੀ ਕਹਿੰਦੇ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ। ਮਹਾਰਾਜ ਜੀ ਕਹਿੰਦੇ ਅੰਮ੍ਰਿਤ ਪੀ ਲਓ ਭਾਈ ਸਦਾ ਚਿਰ ਜਿਉਂਦੇ ਰਹੋਗੇ। ਪਰ ਕੰਮ ਉਲਟਾ ਹੋ ਗਿਆ ਨਾ, ਅਸੀਂ ਜ਼ਹਿਰ ਪੀ ਕੇ ਰਾਜੀ ਆ। ਹੁਣ ਜਿਹੜੀਆਂ ਸ਼ਰਾਬਾਂ ਕਬਾਬਾਂ ਪੀਂਦੇ ਇੱਕ ਜ਼ਹਿਰੇ ਆ। ਇਹ ਇੱਕ ਬੋਤਲ ਦੇ ਉੱਤੇ ਲਿਖਿਆ ਹੁੰਦਾ ਸਿਹਤ ਲਈ ਹਾਨੀਕਾਰਕ, ਵੀ ਇਹ ਸਿਹਤ ਲਈ ਸਰੀਰ ਲਈ ਵਧੀਆ ਨਹੀਂ ਹੈ, ਇਹ ਮਾੜੀ ਆ, ਹਾਨੀਕਾਰਕ ਆ। ਪਤੰਦਰ ਫਿਰ ਵੀ ਪਰਵਾਹ ਨਹੀਂ ਕਰਦਾ। ਪਹਿਲਾਂ ਜਿਹੜਾ ਲੇਬਲ ਜਿਹਾ ਲਿਖਿਆ ਹੁੰਦਾ ਨਾ ਉਹ ਲੇਬਲ ਨੂੰ ਪੱਟੂ ਵੀ ਇਹ ਬਾਰ-ਬਾਰ ਨਾ ਦੇਖੇ। ਅਸੀਂ ਆਪਣੇ ਆਪ ਮੌਤ ਦੇ ਮੂੰਹ ਦੇ ਵਿੱਚ ਜਾ ਰਹੇ ਹਾਂ। ਸਾਨੂੰ ਕੋਈ ਲਿਜਾ ਨਹੀਂ ਰਿਹਾ, ਆਪਣੇ ਆਪ ਲਿਜਾ ਰਿਹਾ। ਇੱਥੇ ਲੌਸਮੈਂਟ ਕਰਦੀ ਵੀ ਭਾਈ ਕੱਲ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਣਾ, ਕੱਲ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਣਾ। ਦਫ਼ਤਰੀ ਵਾਲਾ ਵਿਖੇ ਨਾਮ ਲਿਖਾਓ। ਮੈਨੂੰ ਤਾਂ ਨਹੀਂ ਲੱਗਦਾ ਵੀ 5-4 ਜਣੇ ਤੋਂ ਵੱਧ ਹੋ ਜਾਣਗੇ।
ਉਹ ਵੀ ਧੱਕੇ ਧੁੱਕੇ ਨਾਲੇ ਤਿਆਰ ਕਰਨੇ ਪੈਣੇ ਨੇ। ਜੇ ਕਹਿ ਦਈਏ ਭਾਈ ਕੱਲ ਨੂੰ ਦਫ਼ਤਰੀ ਵਾਲੇ ਦੇ ਵਿੱਚ ਸ਼ਰਾਬ ਦਾ ਲੰਗਰ ਲੱਗਣਾ ਹੈ, ਆਪੋ ਆਪਣੇ ਨਾਂ ਲਿਖਾਓ ਸਾਰੇ, ਅੱਧੇ ਪਿੰਡ ਤੋਂ ਵੱਜ ਤਿਆਰ ਹੋ ਜੂ। ਆਖੋ ਸਤਨਾਮ ਵਾਹਿਗੁਰੂ ਜੀ। ਉਲਟਾ ਹੋ ਗਿਆ ਨਾ ਕੰਮ। ਮਹਾਰਾਜ ਜੀ ਕਹਿੰਦੇ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ। ਹੁਣ ਜਿਹੜਾ ਅੰਮ੍ਰਿਤ ਪੀਓ ਸਦਾ ਚਿਰ ਜੀਊਗਾ ਤਾਂ ਗੁਰਮੁਖ ਪਿਆਰੇ ਜਿਹੜਾ ਫਿਰ ਜ਼ਹਿਰ ਪੀਊਗਾ ਉਹ ਦੇਖ ਲਓ ਹੁਣ ਕਿੰਨਾ ਚਿਰ ਜੀਊਗਾ। ਇਸੇ ਕਰਕੇ ਅਸੀਂ ਆਪਣੀਆਂ ਸਿਹਤਾਂ, ਆਪਣੇ ਸਰੀਰ, ਆਪਣੇ ਪਰਿਵਾਰ, ਆਪਣੀ ਜ਼ਿੰਦਗੀ, ਆਪਣਾ ਪੈਸਾ ਅਸੀਂ ਆਪ ਹੀ ਬਰਬਾਦ ਕਰ ਲਿਆ। ਆਖੋ ਸਤਨਾਮ ਵਾਹਿਗੁਰੂ ਜੀ। ਮਹਾਰਾਜ ਜੀ ਕਹਿੰਦੇ ਦੱਦਾ ਦੋਸ ਨਾ ਦਿਓ ਕਿਸੈ, ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰਜਨਾ। ਕਿਸੇ ਦਾ ਦੋਸ਼ ਨਹੀਂ, ਇਹਦੇ ਵਿੱਚ ਤੇਰਾ ਦੋਸ਼ ਆਪਣਾ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਭਾਈ ਉਹ ਵਾਹਿਗੁਰੂ ਪਰਮੇਸ਼ਰ ਫਰਮਾਨ ਕਰਦੇ ਨੇ ਅੰਮ੍ਰਿਤ ਪੀਵੇ ਤਤ ਬਰੋਲੇ, ਉਹ ਆਪ ਹਯਾਤ ਪਾਨ ਕਰਦਾ ਹੈ ਅਤੇ ਅਸਲੀਅਤ ਨੂੰ ਰਿੜਕ ਕੇ ਵੱਖਰੀ ਕੱਢ ਲੈਂਦਾ ਹੈ। ਸਤਿਗੁਰ ਦੇਖਿਆ ਦਿਖਿਆ ਲੀਨੀ, ਮਨ ਤਨ ਅਰਪਿਓ ਅੰਤਰ ਗਤ ਕੀਨੀ, ਗਤ ਮਤ ਪਾਈ ਆਤਮ ਚੀਨੀ। ਸਤਿਗੁਰੂ ਮਹਾਰਾਜ ਜੀ ਫਰਮਾਨ ਕਰਦੇ ਨੇ, ਕਹਿੰਦੇ ਸੱਚੇ ਗੁਰਾਂ ਨੂੰ ਵੇਖ ਕੇ ਮੈਂ ਉਹਨਾਂ ਪਾਸੋਂ ਸਿੱਖਿਆ ਲਈ ਆ। ਸਾਨੂੰ ਤਾਂ ਗੁਰਾਂ ਨੂੰ ਦੇਖ ਕੇ ਸਿੱਖਿਆ ਵੀ ਨਹੀਂ ਆਉਂਦੀ, ਚੰਗੇ ਬੰਦਿਆਂ ਨੂੰ ਦੇਖ ਕੇ ਸਿੱਖਿਆ ਵੀ ਨਹੀਂ ਆਉਂਦੀ। ਉਹਨਾਂ ਦੇ ਗਲ ਤਾਂ ਜ਼ਰੂਰ ਪੈ ਜਾਵਾਂਗੇ, ਉਹਨਾਂ ਨੂੰ ਮਾੜਾ ਚੰਗਾ ਤਾਂ ਜ਼ਰੂਰ ਬੋਲਾਂਗੇ, ਪਰ ਉਹਨਾਂ ਨੂੰ ਚੰਗੇ ਬੰਦਿਆਂ ਨੂੰ ਦੇਖ ਕੇ ਸਿੱਖਿਆ ਵੀ ਨਹੀਂ ਮਿਲਦੀ। ਉਹ ਗੁਰੂ ਦੀ ਬਾਣੀ 1430 ਅੰਗ ਸਾਨੂੰ ਸਿੱਖਿਆ ਦਿੰਦਾ, ਸਾਨੂੰ ਸਮਝਾਉਂਦਾ। ਸਾਤੋਂ ਗੁਰੂ ਜੀ ਤੋਂ ਸਿੱਖਿਆ ਵੀ ਨਹੀਂ ਲਈ ਜਾਂਦੀ। ਆਖੋ ਸਤਨਾਮ। ਆ ਗੁਰੂ ਦੀ ਬਾਣੀ ਚੱਲਦੀ ਹੈ ਨਾ ਰੋਜ਼, ਆ ਗੁਰੂ ਦੀ ਬਾਣੀ ਚੱਲਦੀ ਹੈ, ਗੁਰੂ ਦੀ ਬਾਣੀ ਦੇ ਸ਼ਬਦਾਂ ਦੇ ਅਰਥ ਹੋ ਰਹੇ ਨੇ। ਇਹ ਤੋਂ ਸਾਤੋਂ ਸਿੱਖਿਆ ਵੀ ਨਹੀਂ ਲਈ ਜਾਂਦੀ, ਆਪਣੇ ਜੀਵਨ ਨੂੰ ਸੁਧਾਰਿਆ ਵੀ ਨਹੀਂ ਜਾਂਦਾ, ਇੰਨੇ ਸਾਡੇ ਕਰਮ ਮਾੜੇ ਹੋ ਗਏ ਨੇ। ਇਸ ਕਰਕੇ ਭਾਈ ਮਹਾਰਾਜ ਜੀ ਕਹਿੰਦੇ ਸੱਚੇ ਗੁਰਾਂ ਨੂੰ ਵੇਖ ਕੇ ਮੈਂ ਉਹਨਾਂ ਪਾਸੋਂ ਸਿੱਖਿਆ ਲਈ ਹੈ। ਮੈਂ ਆਪਣੀ ਆਤਮਾ ਤੇ ਸਰੀਰ ਨੂੰ ਗੁਰਾਂ ਦੇ ਅਰਪਣ ਕਰਕੇ ਆਪਣੇ ਅੰਦਰ ਵਾਰ ਦੀ ਖੋਜ ਭਾਲ ਕਰ ਲਈ ਆ। ਆਪਣੀ ਆਤਮਾ ਗੁਰਾਂ ਨੂੰ ਸਮਰਪਣ ਕਰ ਦਿਓ, ਆਪਣਾ ਸਰੀਰ ਗੁਰਾਂ ਨੂੰ ਸਮਰਪਣ ਕਰ ਦਿਓ। ਮਹਾਰਾਜ ਜੀ ਕਹਿੰਦੇ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਏ। ਆਪਣਾ ਸਾਰਾ ਕੁਝ ਗੁਰਾਂ ਨੂੰ ਸੌਂਪ ਦੇ ਤੇ ਹੁਕਮ ਮੰਨ ਲਾ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਖਸਮੇ ਭਾਵੈ ਸੋ ਕਰੇ, ਮਨ ਚਿੰਦਿਆ ਸੋ ਫਲ ਪਾਏ ਸੀ। ਤਾਂ ਦਰਗਾਹ ਪੈਂਦਾ ਜਾਏ, ਤਾਂ ਪਵੇਗਾ ਦਰਗਾਹ ਦੇ ਵਿੱਚ, ਤਾਂ ਤੈਨੂੰ ਸੱਚਖੰਡ ਦੇ ਵਿੱਚ ਜਗ੍ਹਾ ਮਿਲਣੀ ਆ ਜੇ ਤੂੰ ਆਪਣਾ ਹੁਕਮ ਮੰਨੇਗਾ। ਉਹ ਰੱਬ ਦੇ ਪਿਆਰੇ ਧਨ ਨੇ ਜਿਹੜੇ ਆਪਣਾ ਸਾਰਾ ਕੁਝ ਰਿਸ਼ਤੇਦਾਰੀਆਂ, ਆਪਣੇ ਮਾਤਾ ਪਿਤਾ ਛੱਡ ਕੇ ਤਾਂ ਗੁਰਮੁਖ ਪਿਆਰਿਓ ਸਾਰਾ ਕੁਝ ਆਪਣਾ ਗੁਰੂ ਨੂੰ ਸਮਰਪਣ ਕੀਤਾ ਹੋਇਆ, ਜਿਨ੍ਹਾਂ ਨੇ ਜਿਹੜੇ ਦਿਨ ਰਾਤ ਇੱਕ ਕਰਕੇ ਗੁਰੂ ਦੀ ਸੇਵਾ ਕਰਦੇ ਨੇ, ਗੁਰੂ ਦਾ ਹੁਕਮ ਮੰਨਦੇ ਨੇ, ਤਾਂ ਗੁਰਮੁਖ ਪਿਆਰਿਓ ਉਹ ਸਭ ਤੋਂ ਵੱਡੇ ਧਨਤਾ ਦੇ ਯੋਗ ਨੇ। ਉਹਨਾਂ ਦੀ ਸਭ ਤੋਂ ਵੱਧ ਕਿਰਪਾ ਵਾਹਿਗੁਰੂ ਪਰਮੇਸ਼ਰ ਦੀ ਉਹਨਾਂ ਦੇ ਉੱਤੇ ਹੈ, ਜਿਹੜੇ ਸਾਰਾ ਕੁਝ ਛੱਡ ਕੇ ਨਿਸ਼ਕਾਮ ਗੁਰੂ ਦੀ ਸੇਵਾ ਕਰਦੇ ਨੇ, ਗੁਰੂ ਦੀ ਸੇਵਾ ਦੇ ਵਿੱਚ ਦਿਨ ਰਾਤ ਜੁੜੇ ਹੋਏ ਨੇ। ਮਹਾਰਾਜ ਜੀ ਕਹਿੰਦੇ ਆਪਣੀ ਆਤਮਾ ਤੇ ਸਰੀਰ ਗੁਰਾਂ ਨੂੰ ਅਰਪਣ ਕਰਕੇ ਆਪਣੇ ਅੰਦਰ ਬਾਹਰ ਦੀ ਖੋਜ ਭਾਲ ਕਰ ਲਾ। ਅੰਦਰ ਵੀ ਖੋਜ ਕਰ ਤੇ ਬਾਹਰ ਵੀ ਖੋਜ ਕਰ। ਇਸ ਕਰਕੇ ਜਦੋਂ ਤੂੰ ਖੋਜ ਕਰੇਂਗਾ ਤੈਨੂੰ ਬਾਹਰ ਵੀ ਪ੍ਰਮਾਤਮਾ ਮਿਲ ਜਾਊਗਾ
ਤੇ ਤੈਨੂੰ ਅੰਦਰੋਂ ਵੀ ਪਰਮੇਸ਼ਰ ਪ੍ਰਾਪਤ ਹੋ ਜਾਊਗਾ। ਤਾਂ ਪੜ੍ਹਦੇ ਮਹਾਰਾਜ ਜੀ ਕਹਿੰਦੇ ਆਪਣੇ ਆਪ ਨੂੰ ਸਮਝਣ ਦੁਆਰਾ ਮੈਂ ਮੁਕਤੀ ਦੀ ਕਦਰ ਨੂੰ ਅਨੁਭਵ ਕਰ ਲਿਆ। ਮੁਕਤੀ ਦੀ ਮੁਕਤੀ ਦੀ ਕਦਰ ਨੂੰ ਅਨੁਭਵ ਕਰ ਲਿਆ ਹੈ। ਭੋਜਨ ਨਾਮ ਨਿਰੰਜਨ ਸਾਰ ਪਰਮਹੰਸ ਸਚ ਜੋਤ ਅਪਾਰ ਜਹ ਦੇਖੋ ਤਹ ਏਕੰਕਾਰ। ਮਹਾਰਾਜ ਜੀ ਕਹਿੰਦੇ ਪਵਿੱਤਰ ਪ੍ਰਭੂ ਦਾ ਨਾਮ ਪ੍ਰੇਮ ਸ੍ਰੇਸ਼ਟ ਖਾਣਾ ਹੈ। ਇਹ ਜਿਹੜਾ ਪਰਮੇਸ਼ਰ ਦਾ ਨਾਮ ਆ ਨਾ, ਇਹ ਪਵਿੱਤਰ ਪ੍ਰਭੂ ਦਾ ਨਾਮ ਪ੍ਰੇਮ ਸ੍ਰੇਸ਼ਟ ਖਾਣਾ ਹੈ। ਇਹ ਖਾਣਾ ਹੈ। ਆ ਕਰੋਨਾ ਵਾਇਰਸ ਦੀ ਬਿਮਾਰੀ ਚੱਲ ਰਹੀ ਹੈ ਨਾ, ਕਿੰਨੇ ਆਪਾਂ ਭੁੱਖਿਆਂ ਨੂੰ ਵੀ ਭੁੱਖੇ ਨੇ ਭਾਈ, ਲੰਗਰ ਲਾਓ, ਪ੍ਰਸਾਦਾ ਪਾਣੀ ਛਕਾਓ। ਕਿੰਨੇ ਸੇਵਾ ਕਰ ਰਹੇ ਨੇ, ਕਿੰਨੇ ਸਾਧੂ ਸੰਤ ਰੱਬ ਦੇ ਪਿਆਰੇ ਸੇਵਾ ਦੇ ਵਿੱਚ ਜੁਟੇ ਹੋਏ ਨੇ। ਕਿੰਨੇ ਗੁਰਸਿੱਖ ਤਾਂ ਗੁਰਮੁਖ ਪਿਆਰਿਓ ਕਿੰਨਾ ਸੇਵਾ ਦੇ ਉੱਤੇ ਦਾਬ ਦਿੱਤੀ ਹੋਈ ਆ। ਕਿਉਂਕਿ ਵੀ ਲੋਕ ਭੁੱਖੇ ਨੇ, ਇਸ ਕਰਕੇ ਭਾਈ ਸਾਰਿਆਂ ਨੂੰ ਪ੍ਰਸਾਦਾ ਛਕਾਓ। ਇਹ ਹੈ ਸਰੀਰ ਦੀ ਖੁਰਾਕ, ਇਹ ਹੈ ਸਰੀਰ ਦੀ ਖੁਰਾਕ। ਜਿੱਥੇ ਰੱਬ ਦੇ ਪਿਆਰੇ ਸਾਧੂ ਸੰਤ ਮਹਾਂਪੁਰਸ਼ ਸਰੀਰ ਦੀ ਖੁਰਾਕ ਦੇ ਰਹੇ ਨੇ, ਉੱਥੇ ਨਾਲ ਨਾਲ ਰੂਹ ਦੀ ਖੁਰਾਕ ਵੀ ਵਰਤਾਰੇ ਨੇ। ਆਖੋ ਸਤਨਾਮ ਵਾਹਿਗੁਰੂ ਜੀ। ਆ ਜਿਹੜੀ ਹੁਣ ਚੱਲ ਰਹੀ ਹੈ ਨਾ, ਇਹ ਰੂਹ ਦੀ ਖੁਰਾਕ ਦਾ ਲੰਗਰ ਆ। ਆ ਜਿਹੜੀ ਚੱਲ ਰਹੀ ਆ, ਇਹ ਰੂਹ ਦੀ ਲੰਗਰ ਖੁਰਾਕ ਹੈ। ਇਹ ਰੂਹ ਦਾ ਲੰਗਰ ਚੱਲ ਰਿਹਾ, ਸਮਝ ਲਓ। ਜਿਹੜਾ ਗੁਰਮੁਖ ਪਿਆਰਿਓ ਆਪਣੀ ਰੂਹ ਨੂੰ ਰਜਾ ਲਊਗਾ, ਉਹਦੀ ਆਤਮਾ ਰੂਹ ਬਲਵਾਨ ਹੋ ਜਾਊਗਾ, ਨਹੀਂ ਤਾਂ ਭੁੱਖੀ ਰਹਿੰਦੀ ਆ। ਸਰੀਰ ਦਾ ਫਿਕਰ ਬੰਦਾ ਬੜਾ ਕਰਦਾ ਵੀ ਭੁੱਖ ਲੱਗੀ ਆ, ਸਵੇਰੇ ਖਿਆਲ ਕਰਦਾ ਭੁੱਖ ਲੱਗੀ ਆ, ਫਿਰ ਦੁਪਹਿਰੇ ਖਿਆਲ ਕਰਦਾ ਭੁੱਖ ਲੱਗੀ ਆ, ਸ਼ਾਮ ਨੂੰ ਖਿਆਲ ਕਰਦਾ ਭੁੱਖ ਲੱਗੀ ਆ ਵੀ ਸਰੀਰ ਨੂੰ ਰਜਾ ਦੀਏ। ਬੜਾ ਖਿਆਲ ਕਰਦਾ, ਕਦੇ ਆਪਣੀ ਆਤਮਾ ਵੱਲ ਇਹਨੇ ਖਿਆਲ ਨਹੀਂ ਕੀਤਾ ਵੀ ਅੰਮ੍ਰਿਤ ਵੇਲਾ ਹੋ ਗਿਆ, ਹੁਣ ਰੂਹ ਨੂੰ ਖੁਰਾਕ ਦੇ ਦਈਏ। 5 ਬਾਣੀਆਂ ਦਾ ਨਿਤਨੇਮ ਕਰ ਲਈਏ, ਜਪਜੀ ਸਾਹਿਬ ਦਾ ਪਾਠ ਕਰ ਲਈਏ, ਚੌਪਈ ਸਾਹਿਬ ਦਾ ਪਾਠ ਕਰ ਲਈਏ, ਮੂਲ ਮੰਤਰ ਦਾ ਜਾਪ ਕਰ ਲਈਏ, ਗੁਰਮੰਤਰ ਦਾ ਅਭਿਆਸ ਕਰ ਲਈਏ। ਇਹਦੇ ਵੱਲ ਨਹੀਂ ਇਹਦਾ ਖਿਆਲ ਹੈ, ਬਿਲਕੁਲ ਇਹਦੇ ਵੱਲ ਖਿਆਲ ਨਹੀਂ ਹੈ। ਇਸੇ ਕਰਕੇ ਜਿਹੜੀ ਸਾਡੀ ਆਤਮਾ ਨਾ, ਇਸੇ ਕਰਕੇ ਤੜਫਦੀ ਰਹਿੰਦੀ ਹੈ। ਹੁਣ ਜਿਹੜਾ ਭੁੱਖਾ ਬੰਦਾ ਉਹ ਤੜਫੂਗਾ ਨਾ, ਜਿਹੜਾ ਬੰਦਾ ਭੁੱਖਾ ਹੈ ਉਹ ਤੜਫੂਗਾ। ਜਿਹੜਾ ਬੰਦਾ ਹੁਣ ਰੱਜਿਆ ਉਹਨੇ ਕੀ ਤੜਫਣਾ, ਜਿਹੜਾ ਬੰਦਾ ਰੱਜਿਆ ਹੋਇਆ ਨਾ ਉਹਨੇ ਕੀ ਤੜਫਣਾ, ਭੁੱਖਾ ਬੰਦਾ ਤੜਫੂ। ਤਾਂ ਗੁਰਮੁਖ ਪਿਆਰਿਓ, ਸਾਡੀ ਆਤਮਾ ਇਸੇ ਕਰਕੇ ਤੜਫਦੀ ਰਹਿੰਦੀ ਆ, ਕਿਉਂਕਿ ਇਹਨੂੰ ਰੂਹ ਦੀ ਖੁਰਾਕ ਨਹੀਂ ਮਿਲੀ, ਇਹ ਭੁੱਖੀ ਪਿਆਸੀ ਆ। ਇਸ ਕਰਕੇ ਭਾਈ ਆ ਸਵੇਰੇ ਸਵੇਰੇ ਰੂਹ ਦਾ ਲੰਗਰ ਚੱਲਦਾ ਹੁੰਦਾ। ਇਹ ਆਪੋ ਆਪਣੀਆਂ ਰੂਹਾਂ ਨੂੰ, ਆਪੋ ਆਪਣੀ ਆਤਮਾ ਨੂੰ ਨਾਮ ਬਾਣੀ ਦਾ, ਨਾਮ ਦਾ ਲੰਗਰ ਛਕਾਇਆ ਕਰੋ। ਆਪਣੀ ਰੂਹਾਂ ਨੂੰ, ਆਪਣੀਆਂ ਆਤਮਾ ਨੂੰ ਬਲਵਾਨ ਕਰੋ। ਇਕੱਲੇ ਸਰੀਰ ਨਹੀਂ ਬਲਵਾਨ ਕਰਨੇ, ਆਤਮਾ ਨੂੰ ਨਾਲ ਬਲਵਾਨ ਕਰੋ, ਫਿਰ ਗੱਲ ਬਣਨੀ ਆ। ਇਸ ਕਰਕੇ ਜੋ ਪਵਿੱਤਰ ਪ੍ਰਭੂ ਦਾ ਨਾਮ ਪਰਮ ਸ੍ਰੇਸ਼ਟ ਖਾਣਾ ਹੈ। ਇਹ ਸ੍ਰੇਸ਼ਟ ਖਾਣਾ ਕੀ ਆ? ਰੂਹ ਦਾ ਖਾਣਾ ਕੀ ਆ? ਰੂਹ ਕਾਹਦੇ ਨਾਲ ਰੱਜਦੀ ਆ? ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ। ਇਹ ਆ ਭਾਈ ਰੂਹ ਦਾ ਖਾਣਾ, ਇਹ ਖਵਾਇਆ ਕਰੋ ਰੂਹ ਨੂੰ, ਫਿਰ ਰੱਜਦੀ ਆ, ਫਿਰ ਗੁਰਮੁਖ ਪਿਆਰਿਓ ਇਹ ਕੰਮ ਕਰਦੀ ਆ। ਦੇਖਿਆ ਹੁਣ ਭੁੱਖਾ ਬੰਦਾ ਕੰਮ ਕਰਦਾ ਕਿਤੇ? ਜਿੰਨਾ ਚਿਰ 5-7 ਰੋਟੀਆਂ ਰਾੜੀਆਂ ਨਾ ਹੋਣ, ਲੱਸੀ ਦਾ ਗਲਾਸ ਪੀਤਾ ਨਾ ਹੋਵੇ, ਉਨਾ ਚਿਰ ਕਿੱਥੇ ਕੰਮ ਹੁੰਦਾ। ਕਈ ਵਾਰ ਐਂ ਵੀ ਹੁੰਦਾ ਜੇ ਵੱਧ ਖਾ ਲੇ ਤਾਂ ਉਹ ਵੀ ਨੇਸਤੀ ਪੈ ਜਾਂਦੀ, ਆਖੋ ਸਤਨਾਮ ਵਾਹਿਗੁਰੂ ਫਿਰ ਉਹੀ ਸੌਂਦਾ ਫਿਰੀ ਜਾਂਦਾ, ਤੁਰਿਆ ਫਿਰਦਾ ਹੀ ਨੀਂਦ ਚੜ੍ਹ ਜਾਂਦੀ ਆ। ਇਸ ਕਰਕੇ ਸਰੀਰ ਦੀ ਖੁਰਾਕ, ਰੂਹ ਦੀ ਖੁਰਾਕ ਰੂਹ ਨੂੰ ਦਿਆ ਕਰੋ। ਸਰੀਰ ਦੀ ਖੁਰਾਕ ਸਰੀਰ ਨੂੰ ਆਪਾਂ ਨਿਤ ਦਿੰਦੇ ਆ। ਪਵਿੱਤਰ ਪੁਰਸ਼ ਅਨੰਤ ਪ੍ਰਭੂ ਦੀ ਸੱਚੀ ਰੋਸ਼ਨੀ ਹੈ। ਜਿੱਥੇ ਕਿਤੇ ਵੀ ਮੈਂ ਵੇਖਦਾ ਹਾਂ ਉੱਥੇ ਮੈਂ ਇੱਕ ਸਾਈ ਨੂੰ ਪਾਉਂਦਾ ਹਾਂ, ਸਾਈ ਨੂੰ ਵੇਖਦਾ। ਜਿੱਧਰ ਜਿੱਧਰ ਦੇਖਾਂ ਤੇਰਾ ਹੀ ਸਰੂਪ ਹੈ। 10 ਕਲਗੀ ਵਾਲਿਆ ਮੇਰਾ ਕੀ ਕਸੂਰ ਹੈ। ਭਾਈ ਕਨ੍ਹਈਏ ਨੇ ਕਿਹਾ ਸੀ ਨਾ ਵੀ ਜਿੱਧਰ ਜਿੱਧਰ ਮੈਂ ਜਿਹਦੇ ਵੱਲ ਵੇਖਦਾ ਤੇਰਾ ਹੀ ਸਰੂਪ ਆ। ਜਦੋਂ ਭਾਈ ਕੰਠੇ ਨੂੰ ਅੱਖਾਂ ਤੋਂ ਦਿਖਦਾ ਨਹੀਂ ਸੀ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੇ ਵਾਹਿਗੁਰੂ ਭਾਈ ਕੰਠੇ ਦੇ ਅੱਖਾਂ ਦੇ ਉੱਤੇ ਹੱਥ ਫੇਰਿਆ, ਲੈ ਭਾਈ ਕੰਠਿਆ ਕਰ ਦਰਸ਼ਨ। ਤਾਂ ਗੁਰਮੁਖ ਪਿਆਰਿਓ ਦਰਸ਼ਨ ਕੀਤੇ ਤਾਂ ਨਿਹਾਲ 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 ਹੋ ਗਿਆ। ਮਹਾਰਾਜ ਜੀ ਕਹਿੰਦੇ ਮੰਗ ਭਾਈ ਕੰਠਿਆ ਕੀ ਮੰਗਣਾ? ਕਹਿੰਦਾ ਮਹਾਰਾਜ ਜੀ ਮੈਂ ਕਿਹਾ ਮੰਗੋ ਕਿ ਥਿਰ ਨਾ ਰਹਾਈ। ਮੰਗੂ ਕੀ? ਜਿਹੜਾ ਕੁਝ ਰਹਿਣ ਵਾਲੇ ਨਹੀਂ ਉਹ ਕੀ ਮੰਗਣਾ ਹੈ? ਮੈਂ ਕਿਹਾ ਮੰਗੋ ਕਿ ਥਿਰ ਨਾ ਰਹਾਈ। ਹਰ ਦੀਜੇ ਨਾਮ ਪਿਆਰੀ ਜੀਓ। ਨਾਮ ਦੀ ਦਾਤ ਬਖਸ਼ ਦੋ, ਦਰਸ਼ਨਾਂ ਦੀ ਦਾਤ ਬਖਸ਼ ਦਿੱਤੀ, ਆਪ ਜੀ ਨੇ ਮਿਹਰ ਕਰ ਦਿੱਤੀ। ਕਹਿੰਦੇ ਮਹਾਰਾਜ ਜੀ ਜੇ ਇੰਨੇ ਤੁਸੀਂ ਨਿਹਾਲ ਹੋਏ ਹੋ, ਦਇਆ ਦੇ ਘਰ ਵਿੱਚ ਆਏ ਹੋ, ਜਿਵੇਂ ਅੱਖੀਆਂ ਦਿੱਤੀਆਂ ਨੇ ਇਹਨਾਂ ਨੂੰ ਵਾਪਸ ਲੈ ਲਓ, ਆਖੋ ਸਤਨਾਮ ਵਾਹਿਗੁਰੂ ਜੀ। ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਕਹਿੰਦੇ ਉਹ ਭਾਈ ਕੰਠਿਆ ਏ ਤੂੰ ਕੀ ਕਹਿਣਾ? ਅੰਨੇ ਲੋਕੀ ਤਾਂ ਅੱਖਾਂ ਨੂੰ ਤਰਸਦੇ ਨੇ ਵੀ ਸਾਨੂੰ ਦਿਖੇ, ਸਾਨੂੰ ਨੇਤਰ ਮਿਲਣ, ਇਹ ਤੂੰ ਕਹਿਣਾ ਕੀ ਆ? ਕਹਿੰਦਾ ਮਹਾਰਾਜ ਜੀ ਇਹਨਾਂ ਅੱਖਾਂ ਦੇ ਨਾਲ ਆਪ ਜੀ ਦੇ ਦਿਦਾਰੇ ਕਰ ਲਏ, ਇਹਨਾਂ ਅੱਖਾਂ ਨਾਲ ਲੋਕਾਂ ਨੂੰ ਦੇਖਾਂਗਾ, ਪਤਾ ਨਹੀਂ ਉਹਨਾਂ ਦਾ ਕਿਹੋ ਜਿਹਾ ਕਾਰੋ ਵਿਹਾਰ ਹੋਵੇਗਾ। ਅੱਜ ਤੱਕ ਮੈਂ ਆਪਣੀਆਂ ਅੱਖਾਂ ਦੇ ਨਾਲ ਕਿਸੇ ਨੂੰ ਦੇਖਿਆ ਨਹੀਂ, ਸੋ ਆਪ ਜੀ ਦੀ ਮੂਰਤ ਮੈਂ ਆਪਣੇ ਹਿਰਦੇ ਅੰਦਰ ਵਸਾ ਲਈ ਆ ਤੇ ਇਹਨਾਂ ਅੱਖਾਂ ਨੂੰ ਹੁਣ ਵਾਪਸ ਲੈ ਲਓ। ਮਹਾਰਾਜ ਜੀ ਕਹਿੰਦੇ ਗੁਰੂ ਚੀਜ਼ ਦੇ ਕੇ ਵਾਪਸ ਨਹੀਂ ਲੈਂਦਾ। ਠੀਕ ਆ, ਜੇ ਤੇਰੀ ਇਹ ਭਾਵਨਾ, ਇਹ ਅੱਖਾਂ ਨਾਲ ਤੂੰ ਸੰਸਾਰ ਨੂੰ ਦੇਖੇਗਾ, ਜਿਹਦੇ ਵੱਲ ਦੇਖੇਗਾ ਨਾ ਤੈਨੂੰ ਉਹਦੇ ਵਿੱਚੋਂ ਸਾਡਾ ਇਹ ਸਰੂਪ ਨਜ਼ਰ ਆਵੇਗਾ। ਇਹ ਆਖੋ ਸਤਨਾਮ ਵਾਹਿਗੁਰੂ ਜੀ। ਜਿਹਦੇ ਵੱਲ ਦੇਖੇਗਾ ਉਹਦੇ ਵਿੱਚੋਂ ਤੈਨੂੰ ਸਾਡਾ ਹੀ ਸਰੂਪ ਨਜ਼ਰ ਆਵੇਗਾ। ਇਹ ਆਖੋ ਸਤਨਾਮ ਵਾਹਿਗੁਰੂ ਜੀ। ਇਸ ਕਰਕੇ ਗੁਰਮੁਖ ਪਿਆਰਿਓ ਸਤਿਗੁਰੂ ਸਦਾ ਹੀ ਆਪਣੇ ਭਗਤਾਂ ਪਿਆਰਿਆਂ ਦੇ ਅੰਗ ਸੰਗ ਹੁੰਦਾ ਹੈ। ਜਿੱਥੇ ਕਿਤੇ ਵੀ ਵੇਖਦਾ ਹਾਂ ਉੱਥੇ ਮੈਂ ਇੱਕ ਸਾਈ ਨੂੰ ਹੀ ਪਾਉਂਦਾ ਹਾਂ ਤੇ ਸਾਈ ਨੂੰ ਹੀ ਵੇਖਦਾ ਹਾਂ। ਰਹਿ ਨਿਰਾਲਮ ਏਕਾ ਸਚ ਕਰਨੀ, ਪਰਮ ਪਦ ਪਾਇਆ ਸੇਵਾ ਗੁਰ ਚਰਣੀ। ਮਨ ਤੇ ਮਨ ਮਾਨਿਆ ਚੂਕੀ ਅਹੰ ਪਰਮਣੀ। ਸਤਿਗੁਰੂ ਮਹਾਰਾਜ ਜੀ ਫਰਮਾਨ ਕਰਦੇ ਨੇ, ਕਹਿੰਦੇ ਜੋ ਬੇਦਾਗ ਰਹਿੰਦਾ ਹੈ ਅਤੇ ਕੇਵਲ ਸੱਚੇ ਅਮਲ ਕਮਾਉਂਦਾ, ਜਿਹੜਾ ਆਪਣੀ ਜ਼ਿੰਦਗੀ ਨੂੰ ਬੇਦਾਗ ਰੱਖਦਾ ਹੈ, ਜ਼ਿੰਦਗੀ ਵਿੱਚ ਦਾਗ ਨਹੀਂ ਲਾਉਂਦਾ, ਉਹ ਚੰਗੇ ਅਮਲ ਕਮਾਉਂਦਾ, ਚੰਗੇ ਕੰਮ ਕਰਦਾ ਹੈ, ਮਹਾਰਾਜ ਜੀ ਕਹਿੰਦੇ ਉਹ ਮਹਾਨ ਮਰਤਬਾ ਪਾ ਲੈਂਦਾ ਹੈ ਅਤੇ ਗੁਰਾਂ ਦੇ ਚਰਨਾਂ ਨੂੰ ਸੇਵਦਾ ਹੈ, ਭਾਵ ਕਿ ਪਰਮੇਸ਼ਰ ਦੇ ਨਾਮ ਨੂੰ ਸਿਮਰਦਾ ਹੈ, ਉਹ ਨਾਮ ਦਾ ਜਪ ਕਰਦਾ ਹੈ। ਮਨ ਤੋਂ ਹੀ
ਉਸ ਦੇ ਮਨੂਏ ਨੂੰ ਸੰਤੁਸ਼ਟਤਾ ਹੋ ਜਾਂਦੀ ਆ ਅਤੇ ਉਸ ਦੀ ਹੰਕਾਰ ਅੰਦਰ ਭਟਕਣਾ ਮੁੱਕ ਜਾਂਦੀ ਹੈ। ਇਨ ਬਿਦ ਕੌਣ ਕੌਣ ਨਹੀਂ ਤਾਰਿਆ, ਹਰ ਜਸ ਸੰਤ ਭਗਤ ਨਿਸਤਾਰਿਆ। ਪ੍ਰਭ ਪਾਏ ਹਮ ਅਵਰ ਨਾ ਭਾਰਿਆ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਇਸ ਰੀਤੀ ਨਾਲ ਦੱਸੋ ਕਿਹੜਾ ਕਿਹੜਾ ਨਹੀਂ ਤਰਿਆ। ਵਾਹਿਗੁਰੂ ਨੇ ਪਾਰ ਨਹੀਂ ਕੀਤਾ, ਦੱਸੋ ਕਿਹੜਾ ਇਸ ਤਰ੍ਹਾਂ ਦਾ ਜਿਹਨੇ ਵਾਹਿਗੁਰੂ ਪਰਮੇਸ਼ਰ ਦਾ ਭਜਨ ਕੀਤਾ, ਬੰਦਗੀ ਕੀਤੀ, ਦੱਸੋ ਕਿਹੜਾ ਕਿਹੜਾ ਨਹੀਂ ਤਾਰਿਆ। ਮਹਾਰਾਜ ਜੀ ਕਹਿੰਦੇ ਦੱਸੋ ਤਾਰੇ ਗਿਣੇ ਜਾਤ ਹੈ ਨਾ ਅਤਾਰੇ ਗਿਣੇ ਜਾਤ ਹੈ। ਜਿਹੜੇ ਗੁਰਮੁਖ ਪਿਆਰਿਓ ਆਕਾਸ਼ ਦੇ ਵਿੱਚ ਤਾਰੇ ਨੇ ਨਾ, ਤਾਰੇ ਉਹਨਾਂ ਦੀ ਗਿਣਤੀ ਤਾਂ ਕਰ ਸਕਦੇ ਆ, ਪਰ ਜਿਹੜੇ ਪਰਮੇਸ਼ਰ ਦੇ ਨਾਮ ਨੇ ਤਾਰੇ ਨੇ ਨਾ, ਜਿਹੜੇ ਗੁਰਾਂ ਨੇ ਤਾਰੇ ਨੇ, ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਆਖੋ ਸਤਿਨਾਮ ਵਾਹਿਗੁਰੂ ਜੀ। ਮਹਾਰਾਜ ਜੀ ਕਹਿੰਦੇ ਦੱਸੋ ਕਿਹੜੇ ਕਿਹੜੇ ਨਹੀਂ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੇ ਤਾਰੇ। ਵਾਹਿਗੁਰੂ ਦੀ ਕੀਰਤੀ ਨੇ ਉਸ ਦੇ ਸਾਧੂਆਂ ਤੇ ਗੁਰਮੁਖਾਂ ਦਾ ਪਾਰ ਉਤਾਰਾ ਕਰ ਦਿੱਤਾ। ਉਹ ਵਾਹਿਗੁਰੂ ਨੇ ਪਰਮੇਸ਼ਰ ਨੇ ਸਾਧੂਆਂ ਦਾ ਤੇ ਗੁਰਮੁਖਾਂ ਦਾ ਪਾਰ ਉਤਾਰਾ ਕਰ ਦਿੱਤਾ ਹੈ। ਮਾਲਕ ਨੂੰ ਮੈਂ ਪਾ ਲਿਆ ਹੈ ਅਤੇ ਮੈਂ ਹੁਣ ਹੋਰਸ ਨੂੰ ਨਹੀਂ ਭਾਲਦਾ। ਸਾਚ ਮਹਿਲ ਗੁਰ ਅਲਖ ਲਖਾਇਆ, ਨਹਿ ਚਲ ਮਹਿਲ ਨਹੀਂ ਛਾਇਆ ਮਾਇਆ। ਸਾਚ ਸੰਤੋਖੇ ਭਰਮ ਚੁਕਾਇਆ। ਮਹਾਰਾਜ ਜੀ ਕਹਿੰਦੇ ਗੁਰਾਂ ਨੇ ਮੈਨੂੰ ਅਦ੍ਰਿਸ਼ਟ ਪ੍ਰਭੂ ਨੂੰ ਸੱਚੇ ਮੰਦਰ ਅੰਦਰ ਵਿਖਾਲ ਦਿੱਤਾ। ਮੰਦਰ ਕਿਹੜੇ ਮਹਿਲ ਦੀ ਗੱਲ ਕੀਤੀ ਹੈ? ਸੱਚਾ ਮਹਿਲ ਕਿਹੜਾ? ਆ ਜਿਹੜਾ ਸਰੀਰ ਆ ਨਾ, ਇਹ ਮਹਿਲ ਸੱਚਾ ਹੈ। ਇਹਦੇ ਅੰਦਰ ਹੀ ਗੁਰਾਂ ਨੇ ਮੈਨੂੰ ਪ੍ਰਭੂ ਨੂੰ ਪਰਮੇਸ਼ਰ ਨੂੰ ਵਿਖਾਲ ਦਿੱਤਾ ਹੈ। ਅਹਿਲ ਹੈ ਇਸ ਟਿਕਾਣਾ, ਇਹ ਮੋਹਣੀ ਦਾ ਪ੍ਰਤੀਬਿੰਬ ਨਹੀਂ ਹੈ। ਮਹਾਰਾਜ ਜੀ ਕਹਿੰਦੇ ਸੱਚਾਈ ਦੇ ਰਾਹੀ ਸੰਤੁਸ਼ਟਤਾ ਆ ਜਾਂਦੀ ਹੈ ਅਤੇ ਸੰਦੇਹ ਦੂਰ ਹੋ ਜਾਂਦਾ ਹੈ। ਜਿਨ ਕੈ ਮਨ ਵਸਿਆ ਸਚ ਸੋਈ, ਤਿਨ ਕੀ ਸੰਗਤ ਗੁਰਮੁਖ ਹੋਈ। ਨਾਨਕ ਸਾਚ ਨਾਮ ਮਲ ਖੋਈ, ਜਿਨ ਕੈ ਮਨ ਵਸਿਆ ਸਚ ਸੋਈ। ਤਿਨ ਕੀ ਸੰਗਤ ਗੁਰਮੁਖ ਹੋਈ। ਨਾਨਕ ਸਾਚ ਨਾਮ ਮਲ ਖੋਈ। ਲਓ ਜੀ ਲਾਸਟ ਪੰਕਤੀਆਂ ਸਰਵਣ ਕਰੀਏ। ਕੀ ਕਹਿੰਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ? ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦੇ ਅੰਤਰ ਆਤਮੇ ਉਹ ਸੱਚਾ ਸਾਈਂ ਨਿਵਾਸ ਰੱਖਦਾ, ਜਿਨ੍ਹਾਂ ਦੇ ਅੰਦਰ ਉਹ ਵਾਹਿਗੁਰੂ ਪਰਮੇਸ਼ਰ ਨਿਵਾਸ ਰੱਖਦਾ ਹੈ। ਮਹਾਰਾਜ ਜੀ ਕਹਿੰਦੇ ਤਿਨ ਕੀ ਸੰਗਤ ਗੁਰਮੁਖ ਹੋਈ। ਜਿਹੜਾ ਉਹਨਾਂ ਦੀ ਸੰਗਤ ਕਰੂਗਾ ਨਾ, ਉਹ ਗੁਰਮੁਖ ਹੋਊਗਾ। ਸੁਣੋ ਦੁਬਾਰਾ ਫਿਰ ਧਿਆਨ ਦੇ ਨਾਲ। ਜਿਹੜਾ ਆਪਣੇ ਅੰਦਰ ਆਤਮੇ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦਾ ਹੈ,
ਉਹਦੇ ਅੰਦਰ ਵਾਹਿਗੁਰੂ ਪਰਮੇਸ਼ਰ ਨਿਵਾਸ ਕਰ ਜਾਂਦਾ। ਤਾਂ ਗੁਰਮੁਖ ਪਿਆਰਿਓ, ਉਹ ਵਾਹਿਗੁਰੂ ਪਰਮੇਸ਼ਰ ਵਿੱਚ ਅਭੇਦ ਹੋ ਜਾਂਦੇ ਨੇ। ਜਿਹੜਾ ਫਿਰ ਉਹਨਾਂ ਦੀ ਸੰਗਤ ਕਰਦਾ ਨਾ, ਉਹ ਗੁਰਮੁਖ ਹੋ ਜਾਂਦਾ ਹੈ। ਉਹ ਗੁਰਮੁਖ ਹੋ ਜਾਂਦਾ ਹੈ। ਉਹ ਗੁਰਮਤਿ ਦੀ ਗੱਲ ਕਰੂਗਾ, ਉਹ ਗੁਰੂ ਦੀ ਗੱਲ ਕਰੂਗਾ, ਉਹ ਗੁਰੂ ਤੇ ਸਰਧਾ ਰੱਖੂ, ਭਰੋਸਾ ਰੱਖੂ। ਜਿਹਦੇ ਅੰਦਰ ਪਰਮੇਸ਼ਰ ਨਿਵਾਸ ਨਹੀਂ ਨਾ ਕਰਦਾ ਹੈਗਾ, ਤਾਂ ਗੁਰਮੁਖ ਪਿਆਰੇ, ਜਿਹੜਾ ਫਿਰ ਉਹਦੀ ਸੰਗਤ ਕਰੂਗਾ ਨਾ, ਉਹ ਮਨਮੁਖ ਗੱਲਾਂ ਕਰੂਗਾ। ਵੀ ਬਾਬਾ ਦੀਪ ਸਿੰਘ ਦਾ ਸਿਰ ਕਿਵੇਂ ਲੱਥਿਆ ਗਿਆ ਜੀ, ਬੰਦ ਕਿਵੇਂ ਕਟਾਇਆ ਗਿਆ, ਕਿਵੇਂ ਖੋਪਰੀ ਲਹਾਈ ਗਈ, ਕਿਵੇਂ ਦੇਗਾਂ ਦੇ ਵਿੱਚ ਵਾਲੇ ਗਏ, ਕਿਵੇਂ ਸਰੋਵਰ ਦਾ ਜੋ ਅੰਮ੍ਰਿਤਮਈ ਜਲ ਆ ਕਿਵੇਂ ਦੁੱਖੜੇ ਦੂਰ ਕਰ ਦੂਗਾ। ਉਹ ਫਿਰ ਇਹੋ ਜਿਹੀਆਂ ਮਨਮੁਖ ਗੱਲਾਂ ਕਰੇਗਾ। ਜਿਨ੍ਹਾਂ ਅੰਦਰ ਨਾਮ ਦਾ ਨਿਵਾਸ ਨਹੀਂ, ਜਿਹੜਾ ਉਹਨਾਂ ਦੀ ਸੰਗਤ ਕਰੂਗਾ ਨਾ, ਉਹ ਫਿਰ ਭਾਈ ਐਸੀਆਂ ਗੱਲਾਂ ਕਰਦਾ ਹੈ ਜਿਨ੍ਹਾਂ ਦੇ ਅੰਤਰ ਆਤਮੇ ਵਾਹਿਗੁਰੂ ਪਰਮੇਸ਼ਰ ਦਾ ਨਿਵਾਸ ਹੈ। ਉਹਨਾਂ ਦੇ ਮੇਲ ਮਿਲਾਪ ਅੰਦਰ ਪ੍ਰਾਣੀ ਬੰਦਾ ਗੁਰਮੁਖ ਹੋ ਜਾਂਦਾ ਹੈ। ਮਹਾਰਾਜ ਜੀ ਕਹਿੰਦੇ, ਨਾਨਕ, ਮਹਾਰਾਜ ਜੀ ਕਹਿੰਦੇ ਨੇ, ਗੁਰੂ ਨਾਨਕ ਦੇਵ ਮਹਾਰਾਜ ਜੀ, ਸੱਚ ਨਾਮ ਮੈਲ ਨੂੰ ਧੋ ਸੁੱਟਦਾ। ਜਿਵੇਂ ਸਾਬਣ ਆ ਨਾ, ਜਿਹੜੀ ਕੱਪੜੇ ਵਾਲੀ, ਜਾਂ ਕੱਪੜੇ ਨੂੰ ਲਾਉਨੇ ਆ, ਤਾਂ ਗੁਰਮੁਖ ਪਿਆਰਿਓ ਪਾਣੀ ਦੇ ਸਹਿਯੋਗ ਦੇ ਨਾਲ ਸਾਬਣ ਕੱਪੜੇ ਦੀ ਸਾਰੀ ਮੈਲ ਕੱਢ ਦਿੰਦੀ ਹੈ। ਇਸੇ ਤਰ੍ਹਾਂ ਜਦੋਂ ਅਸੀਂ ਨਾਮ ਰੂਪੀ ਸਾਬਣ ਅੰਦਰ ਲਾਵਾਂਗੇ, ਭਾਵ ਕਿ ਵਾਹਿਗੁਰੂ ਪਰਮੇਸ਼ਰ ਦਾ ਨਾਮ, ਵਾਹਿਗੁਰੂ 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 ਵਾਹਿਗੁਰੂ, ਜਦੋਂ ਆਏ ਨਾਮ ਜਪਾਂਗੇ ਨਾ, ਅੰਦਰਲੀ ਸਾਰੀ ਮੈਲ ਤੇਰੀ ਧੋਤੀ ਜਾਣੀ ਆਏ। ਆਖੋ ਸਤਿਨਾਮ ਵਾਹਿਗੁਰੂ ਜੀ। ਸੁਆਓ ਭਾਈ, ਆਪੋ ਆਪਣੇ ਅੰਤਸ ਜੋ ਮੈਲ ਲੱਗੀ ਹੋਈ ਆ, ਬਾਹਰੋਂ ਧੋਣ ਦਾ ਬੜਾ ਯਤਨ ਕਰਦੇ ਆ, ਬੜਾ ਸਰੀਰ ਨੂੰ ਧੋਨੇ ਆ, ਵਸਤਰਾਂ ਨੂੰ, ਕੇਸਾਂ ਨੂੰ ਬੜਾ ਧੋਨੇ ਆ, ਕਦੇ ਅੰਦਰੋਂ ਧੋਣ ਦਾ ਵੀ ਯਤਨ ਕਰਿਆ ਕਰੋ। ਅੰਦਰੋਂ ਜੋ ਇਸ਼ਨਾਨ ਹੈ, ਉਹ ਭਾਈ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ, ਸਿਮਰਨ ਦੇ ਨਾਲ ਅੰਦਰਲਾ ਇਸ਼ਨਾਨ ਕੀਤਾ ਜਾਂਦਾ ਹੈ। ਆਓ ਬਾਕੀ ਵਿਚਾਰਾਂ ਕਰਾਂਗੇ ਕੱਲ੍ਹ ਨੂੰ। ਜੋ ਅੱਜ ਦੇਗ ਦੀ ਸੇਵਾ ਹਾਜ਼ਰ ਹੈ, ਸਰਦਾਰ ਗੁਰਨਾਮ ਸਿੰਘ ਜੀ ਮਿਸਤਰੀ, ਸਰਦਾਰ ਗੁਰਨਾਮ ਸਿੰਘ ਜੀ ਮਿਸਤਰੀ, ਇਹਨਾਂ ਪਰਿਵਾਰ ਵੱਲੋਂ ਅੱਜ ਦੇਗ ਦੀ ਸੇਵਾ ਹੈ। ਆਓ ਹੁਣ ਸ਼ਲੋਕ ਦੇ ਵਿੱਚ ਬੋਲ ਕੇ ਆਪਣੀ ਰਸਨਾ ਨੂੰ ਕਰੀਏ ਪਵਿੱਤਰ। ਅਰਦਾਸ ਹੁਕਮਨਾਮਾ ਸਾਹਿਬ, ਕੜਾ ਪ੍ਰਸਾਦੀਆਂ ਦੇਗਾਂ ਲੈ ਕਰਕੇ ਫਿਰ ਆਪੋ ਆਪਣੇ ਕਾਰੋ ਵਿਹਾਰ ਕਰਨੇ ਨੇ। ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤ, ਦਿਵਸ ਰਾਤ ਦੁਇ ਦਾਈ ਦਾਇਆ, ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਸੁਟੀ ਨਾਲ, ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਸੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।